ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਆਪਣੇ ਇਸ YouTube ਚੈਨਲ ਤੇ ਸਵਾਗਤ ਕਰਦੇ ਹਾਂ ਅਤੇ ਨਾਲ ਦੀ ਨਾਲ ਬੇਨਤੀ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਚੈਨਲ ਨੂੰ ਸ਼ੇਅਰ ਕਰੋ ਅਤੇ ਜੇ ਤੁਸੀਂ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ। ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਕਲਾਸ 10th ਦਾ ਚੈਪਟਰ 1 ਜਿਸ ਦਾ ਨਾਮ ਹੈ ਆਫਿਸ ਟੂਲਸ ਇਹ ਕਰਨ ਜਾ ਰਹੇ ਹਾਂ। ਆਓ ਸ਼ੁਰੂਆਤ ਵਿੱਚ ਦੇਖੀਏ ਕਿ ਅਸੀਂ ਇਸ ਚੈਪਟਰ ਦੇ ਵਿੱਚ ਕੀ ਪੜਾਂਗੇ। ਸਭ ਤੋਂ ਪਹਿਲੇ ਇੰਟਰੋਡਕਸ਼ਨ ਟੂ ਆਫਿਸ ਟੂਲਸ, ਸੌਫਟਵੇਅਰ ਐਂਡ ਇਟਸ ਟਾਈਪਸ, ਡਿਫਰੈਂਟ ਟਾਈਪਸ ਆਫ ਆਫਿਸ ਟੂਲਸ ਤੇ ਲਾਸਟ ਵਿੱਚ ਅਸੀਂ ਜਿਹੜਾ ਇੰਪੋਰਟੈਂਟ ਪਾਰਟ ਜਿਹੜਾ ਪ੍ਰੈਕਟੀਕਲ ਪਾਰਟ ਹੈ ਆਨਲਾਈਨ ਆਫਿਸ ਟੂਲਸ। ਸਭ ਤੋਂ ਪਹਿਲਾਂ ਅਸੀਂ ਜਾਣ ਲਈਏ ਕਿ ਅਸੀਂ ਆਫਿਸ ਟੂਲਸ ਯੂਜ਼ ਕਿਉਂ ਕਰਦੇ ਹਾਂ। ਆਫਿਸ ਟੂਲਸ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾ ਰੀਜ਼ਨ ਜਿਹੜਾ ਆ ਜਾਂਦਾ ਹੈ ਬਹੁਤ ਇੰਪੋਰਟੈਂਟ, ਉਹ ਹੈ ਪ੍ਰੋਡਕਟਿਵਿਟੀ ਐਂਡ ਐਫੀਸ਼ੀਐਂਸੀ। ਪ੍ਰੋਡਕਟਿਵਿਟੀ ਤੋਂ ਭਾਵ ਹੈ ਉਤਪਾਦਕਤਾ, ਮਤਲਬ ਘੱਟ ਸਮੇਂ ਵਿੱਚ ਜ਼ਿਆਦਾ ਕੰਮ, ਤੇ ਐਫੀਸ਼ੀਐਂਸੀ ਦਾ ਮਤਲਬ ਹੈ ਅਸਰਦਾਰ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਪ੍ਰੋਡਕਟਿਵਿਟੀ ਤੇ ਐਫੀਸ਼ੀਐਂਸੀ ਇਹਨਾਂ ਦੋਨਾਂ ਚੀਜ਼ਾਂ ਨੂੰ ਵਧਾਉਣ ਲਈ ਆਫਿਸ ਟੂਲਸ ਦਾ ਯੂਜ਼ ਕਰਦੇ ਹਾਂ। ਸੈਕੰਡ ਪੁਆਇੰਟ ਜਿਹਦੇ ਕਾਰਨ ਅਸੀਂ ਆਫਿਸ ਟੂਲਸ ਯੂਜ਼ ਕਰਦੇ ਹਾਂ ਉਹ ਹੈ ਰੈਪੀਟੇਟਿਵ ਟਾਸਕਸ। ਇਹਦੇ ਵਿੱਚ ਕੀ ਹੁੰਦਾ, ਜਦੋਂ ਅਸੀਂ ਕੋਈ ਕੰਮ ਦੁਬਾਰਾ ਕਰਨਾ ਹੋਵੇ, ਰੈਪੀਟੇਟਿਵਲੀ ਕਰਨਾ ਹੋਵੇ, ਉਸ ਸਮੇਂ ਆਫਿਸ ਟੂਲ ਸਾਡੇ ਲਈ ਬਹੁਤ ਹੈਲਪਫੁਲ ਸਾਬਤ ਹੁੰਦੇ ਆ। ਰੀਜ਼ਨ ਬੀਇੰਗ ਕਿ ਕੋਈ ਵੀ ਕੰਮ ਅਸੀਂ ਜਦੋਂ ਕਰਦੇ ਹਾਂ ਅਸੀਂ ਉਹਨੂੰ ਸੇਵ ਕਰ ਲੈਂਦੇ ਹਾਂ, ਜਦੋਂ ਫੇਰ ਉਸੇ ਕੰਮ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਉਹਨੂੰ ਫੇਰ ਦੁਬਾਰਾ ਓਪਨ ਕਰਕੇ ਉਹਦੇ ਤੇ ਵਰਕ ਕਰਦੇ ਹਾਂ ਤੇ ਰਿਜ਼ਲਟ ਜੋ ਵੀ ਸਾਨੂੰ ਚਾਹੀਦਾ ਹੁੰਦਾ ਉਹ ਅਸੀਂ ਉਹ ਤੋਂ ਪ੍ਰਾਪਤ ਕਰ ਲੈਂਦੇ ਹਾਂ। ਇਸ ਕਰਕੇ ਜਦੋਂ ਕੋਈ ਰੈਪੀਟੇਟਿਵਲੀ ਕੰਮ ਕਰਨਾ ਹੋਵੇ, ਫੋਰ ਐਗਜ਼ਾਮਪਲ ਜਿੱਦਾਂ ਅਸੀਂ ਕੋਈ ਲੈਟਰ ਆ ਕਾਮਨ ਜਿਹਾ, ਉਹਦਾ ਹਲਕੀ ਫੁਲਕੀ ਉਹਦੇ ਵਿੱਚ ਚੇਂਜ ਕਰਕੇ ਉਹਦਾ ਦੁਬਾਰਾ ਪ੍ਰਿੰਟ ਆਊਟ ਕੱਢਣਾ ਹੋਵੇ ਤੇ ਅਸੀਂ ਆਫਿਸ ਟੂਲਸ ਦੇ ਵਿੱਚ ਉਹਨੂੰ ਕਰ ਲੈਂਦੇ ਹਾਂ ਟਾਈਪ ਤੇ ਉਹਦੇ ਵਿੱਚ ਚੇਂਜਸ ਕਰਕੇ ਉਹਦਾ ਪ੍ਰਿੰਟ ਆਊਟ ਲੈ ਲੈਂਦੇ ਹਾਂ। ਇਹਦੇ ਨਾਲ ਫਾਇਦਾ ਕੀ ਹੁੰਦਾ ਹੈ, ਸਾਨੂੰ ਸਾਡਾ ਟਾਈਮ ਅਤੇ ਐਫਰਟਸ ਦੋਨੋਂ ਸਾਡੇ ਬਚਦੇ ਨੇ। ਐਫਰਟਸ ਦਾ ਮਤਲਬ ਯਤਨ। ਨੈਕਸਟ ਆ ਗਿਆ ਜੀ ਆਫਿਸ ਟੂਲਸ ਦੀਆਂ ਐਗਜ਼ਾਮਪਲਸ। ਇਹਦੇ ਵਿੱਚ ਅਸੀਂ ਐਗਜ਼ਾਮਪਲਸ ਦੇ ਵਿੱਚ ਜਿਵੇਂ ਕਿ ਵਰਡ ਪ੍ਰੋਸੈਸਰ, ਪ੍ਰੈਜੈਂਟੇਸ਼ਨ ਟੂਲਸ, ਸਪਰੈਡਸ਼ੀਟ ਸੌਫਟਵੇਅਰਸ ਐਂਡ ਡੇਟਾਬੇਸ ਟੂਲਸ। ਇੰਟਰੋਡਕਸ਼ਨ ਤੋਂ ਬਾਅਦ ਸੈਕੰਡ ਟੌਪਿਕ ਜਿਹੜਾ ਸੀਗਾ ਸਾਡਾ ਉਹ ਸੀਗਾ ਸੌਫਟਵੇਅਰ ਐਂਡ ਇਟਸ ਟਾਈਪਸ। ਸਭ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਸੌਫਟਵੇਅਰ ਕੀ ਚੀਜ਼ ਹੈ। ਸੌਫਟਵੇਅਰ ਇਜ਼ ਸੈਟ ਆਫ ਪ੍ਰੋਗਰਾਮਸ। ਅਸੀਂ ਸਾਰਿਆਂ ਨੇ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਹੀ ਹੋਇਆ ਹੈ। ਤੇ ਪ੍ਰੋਗਰਾਮਸ ਕੀ ਹੁੰਦੇ ਨੇ? ਸੈਟ ਆਫ ਇੰਸਟਰਕਸ਼ਨਸ। ਨਾਲ ਦੀ ਨਾਲ ਤੁਹਾਡੀ ਰਿਵੀਜ਼ਨ ਹੋ ਰਹੀ ਹੈ। ਸੈਟ ਆਫ ਪ੍ਰੋਗਰਾਮਸ ਯਾਨੀ ਕਿ ਸੌਫਟਵੇਅਰ। ਫਰਦਰ ਦੋ ਭਾਗਾਂ ਦੇ ਵਿੱਚ ਇਹਨੂੰ ਅਸੀਂ ਵੰਡ ਦਿੰਦੇ ਆ, ਇੱਕ ਸਿਸਟਮ ਸੌਫਟਵੇਅਰ ਤੇ ਦੂਸਰਾ ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਦੀ ਪਛਾਣ ਕੀ ਹੈ ਕਿ ਸਿਸਟਮ ਸੌਫਟਵੇਅਰ ਤੋਂ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ। ਵੀ ਕੈਨੋਟ ਆਪਰੇਟ ਕੰਪਿਊਟਰ ਸਿਸਟਮ ਵਿਦਆਊਟ ਸਿਸਟਮ ਸੌਫਟਵੇਅਰ। ਦੂਸਰਾ ਕੀ ਹੈ ਕਿ ਸਿਸਟਮ ਸੌਫਟਵੇਅਰ ਕੰਪਿਊਟਰ ਦੇ ਨਾਲ ਜੁੜੇ ਹੋਏ ਹਾਰਡਵੇਅਰ ਨੂੰ ਆਪਰੇਟ ਕਰਨ ਲਈ ਵਰਤਿਆ ਜਾਂਦਾ। ਸਿਸਟਮ ਸੌਫਟਵੇਅਰ ਇਜ਼ ਬ੍ਰਿਜ ਬਿਟਵੀਨ ਯੂਜ਼ਰ ਐਂਡ ਕੰਪਿਊਟਰ ਹਾਰਡਵੇਅਰ। ਇਹਦਾ ਮਤਲਬ ਇਹ ਹੈ ਕਿ ਯੂਜ਼ਰ ਜਿਹੜਾ ਆ ਉਹ ਡਾਇਰੈਕਟਲੀ ਹਾਰਡਵੇਅਰ ਦੇ ਨਾਲ ਇੰਟਰੈਕਟ ਨਹੀਂ ਕਰ ਸਕਦਾ। ਜਿਹੜੇ ਵੀ ਪੈਰੀਫੈਰਲਸ ਉਹਦੇ ਨਾਲ ਜੁੜੇ ਹੋਣਗੇ, ਮੈਮਰੀ ਮੈਨੇਜਮੈਂਟ ਕਰਨੀ ਹੋਈ ਹੈ, ਪ੍ਰੋਸੈਸਰ, ਹੋਰ ਚਿਪਸ ਲੱਗੀਆਂ ਹੋਈਆਂ ਹੈ ਕੰਪਿਊਟਰ ਦੇ ਵਿੱਚ, ਉਹਨਾਂ ਨਾਲ ਅਸੀਂ ਡਾਇਰੈਕਟਲੀ ਗੱਲਬਾਤ ਨਹੀਂ ਕਰ ਸਕਦੇ। ਅਗਰ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਹੈ ਜਾਂ ਉਹਨਾਂ ਤੋਂ ਕੰਮ ਲੈਣਾ ਹੈ, ਗੱਲਬਾਤ ਕਰਨ ਦਾ ਮਤਲਬ ਉਹਨਾਂ ਤੋਂ ਕੰਮ ਲੈਣਾ ਹੈ, ਉਹਨਾਂ ਨੂੰ ਇੰਸਟਰਕਸ਼ਨ ਦੇਣੀ ਹੈ, ਤਾਂ ਸਿਸਟਮ ਸੌਫਟਵੇਅਰ ਜਿਹੜਾ ਆ ਉਹ ਸਾਡੀ ਹੈਲਪ ਕਰਦਾ ਹੈ। ਤਾਂ ਹੀ ਕਹਿੰਦੇ ਪਏ ਸਿਸਟਮ ਸੌਫਟਵੇਅਰ ਤੋਂ ਬਿਨਾਂ ਜਿਹੜਾ ਕੰਪਿਊਟਰ ਨਹੀਂ ਚੱਲ ਸਕਦਾ। ਦੂਸਰੇ ਪਾਸੇ ਆ ਗਿਆ ਜੀ ਐਪਲੀਕੇਸ਼ਨ ਸੌਫਟਵੇਅਰ। ਐਪਲੀਕੇਸ਼ਨ ਸੌਫਟਵੇਅਰ ਲਈ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਵਰਡ ਆ ਐਂਡ ਯੂਜ਼ਰ ਐਪਲੀਕੇਸ਼ਨ। ਐਂਡ ਯੂਜ਼ਰ ਐਪਲੀਕੇਸ਼ਨ ਇਹ ਸੌਫਟਵੇਅਰ ਜਿਹੜੇ ਨੇ ਕੋਈ ਸਪੈਸੀਫਿਕ ਟਾਸਕਸ ਕਰਨ ਲਈ ਅਸੀਂ ਇਹਨਾਂ ਨੂੰ ਵਰਤਦੇ ਹਾਂ। ਸਪੈਸੀਫਿਕ ਟਾਸਕ ਦਾ ਮਤਲਬ ਕੀ ਹੈ ਕਿ ਕਿਸੇ ਖਾਸ ਤਰ੍ਹਾਂ ਦੇ ਕੰਮ ਹੁੰਦੇ ਆ ਜਿਹੜੇ, ਉਹ ਕਿਸ ਤਰ੍ਹਾਂ ਦੇ ਹੋ ਸਕਦੇ ਆ। ਫੋਰ ਐਗਜ਼ਾਮਪਲ ਤੁਸੀਂ ਸੌਂਗਸ ਚਲਾਣੇ ਆ, ਕੈਲਕੂਲੇਟ ਕਰਨੀ ਹੈ, ਕੈਲਕੂਲੇਸ਼ਨਸ ਕਰਨੀ ਹੈ, ਉਹਦੇ ਲਈ ਕੈਲਕੂਲੇਟਰ ਹੋ ਗਿਆ। ਪੇਂਟ ਕਰਨ ਵਾਸਤੇ ਜਿੱਦਾਂ MS ਪੇਂਟ ਹੋ ਗਿਆ, ਡਰਾਇੰਗ ਜਿਹਦੇ ਉੱਪਰ ਅਸੀਂ ਕਰਦੇ ਹਾਂ। ਇਹਨਾਂ ਤੋਂ ਇਲਾਵਾ ਆਫਿਸ ਟੂਲਸ ਜਿਹੜੇ ਤੁਸੀਂ ਕਰ ਰਹੇ ਆ, ਐਕਸਲ ਜਾਂ ਗੂਗਲ ਡੌਕ, ਇਹ ਵੀ ਜਿਹੜੇ ਨੇ ਐਪਲੀਕੇਸ਼ਨ ਸੌਫਟਵੇਅਰ ਹੀ ਨੇ। ਸਿਸਟਮ ਸੌਫਟਵੇਅਰ ਜਿਹੜੇ ਨੇ ਉਹ ਜ਼ਿਆਦਾਤਰ ਲੋ ਲੈਵਲ ਲੈਂਗੁਏਜਸ ਦੇ ਵਿੱਚ ਲਿਖੇ ਜਾਂਦੇ ਆ ਤੇ ਐਪਲੀਕੇਸ਼ਨ ਸੌਫਟਵੇਅਰ ਜਿਹੜੇ ਆ ਉਹ ਹਾਈ ਲੈਵਲ ਲੈਂਗੁਏਜਸ ਦੇ ਵਿੱਚ ਲਿਖੇ ਜਾਂਦੇ ਆ। ਇਹਦੇ ਵਿੱਚ ਸਿਸਟਮ ਸੌਫਟਵੇਅਰ ਦੇ ਵਿੱਚ ਇਹ ਹੋ ਸਕਦਾ ਹੈ ਜਿਸ ਤਰ੍ਹਾਂ ਕੰਪਾਈਲਰਸ ਨੇ ਕਈ ਜਿਹੜੇ ਹਾਈ ਲੈਵਲ ਲੈਂਗੁਏਜ ਦੇ ਵਿੱਚ ਲਿਖ ਹੋ ਰਹੇ ਆ, ਤੇ ਇਸ ਕਰਕੇ ਕਨਫਿਊਜ਼ ਨਹੀਂ ਹੋਣਾ। ਜਨਰਲੀ ਜਿਹੜੇ ਇਹ ਲੋ ਲੈਵਲ ਲੈਂਗੁਏਜ ਦੇ ਵਿੱਚ ਲਿਖ ਹੁੰਦੇ ਆ ਕਿਉਂਕਿ ਇਸ ਹਾਰਡਵੇਅਰ ਦੇ ਨਾਲ ਇੰਟਰੈਕਸ਼ਨ ਕਰਨੀ ਹੈ। ਹਾਰਡਵੇਅਰ ਦੇ ਨਾਲ ਇੰਟਰੈਕਟ ਕਰਨ ਲਈ ਲੋ ਲੈਵਲ ਪ੍ਰੋਗਰਾਮਿੰਗ ਲੈਂਗੁਏਜਸ ਹੁੰਦੀਆਂ ਜਿਹੜੀਆਂ ਉਹਦੇ ਵਿੱਚ ਪ੍ਰੋਗਰਾਮਸ ਲਿਖੇ ਜਾਂਦੇ ਆ, ਤੇ ਇਹ ਜਿਹੜੇ ਐਪਲੀਕੇਸ਼ਨ ਸੌਫਟਵੇਅਰ ਹੈ ਉਹਦੇ ਵਿੱਚ ਹਾਈ ਲੈਵਲ ਲੈਂਗੁਏਜਸ ਦੇ ਵਿੱਚ, ਕਿਉਂਕਿ ਉਹਦੇ ਵਿੱਚ ਹਾਰਡਵੇਅਰ ਦੀ ਇੰਟਰੈਕਸ਼ਨ ਘੱਟ ਹੈ। ਨੈਕਸਟ ਆ ਗਿਆ ਡਿਫਰੈਂਟ ਟਾਈਪਸ ਆਫ ਆਫਿਸ ਟੂਲਸ। ਡਿਫਰੈਂਟ ਟਾਈਪਸ ਆਫ ਆਫਿਸ ਟੂਲਸ ਕਿਹੜੇ ਹੋਣਗੇ? ਜਿਸ ਤਰ੍ਹਾਂ ਅਗਰ ਅਸੀਂ ਡਾਕੂਮੈਂਟਸ ਉੱਤੇ ਕੋਈ ਟੈਕਸਟ ਦੇ ਉੱਤੇ ਕੰਮ ਕਰਨਾ ਹੈ ਤਾਂ ਵਰਡ ਪ੍ਰੋਸੈਸਰ ਹੋਣਗੇ। ਅਸੀਂ
ਟੇਬਲਸ ਦੀ ਫਾਰਮ ਦੇ ਵਿੱਚ ਡਾਟਾ ਨੂੰ ਰੱਖਣਾ ਚਾਹੁੰਦੇ ਆ ਤੇ ਅਸੀਂ ਫਿਰ ਐਕਸਲ ਜਾਂ ਸਪਰੈਡਸ਼ੀਟ ਸੌਫਟਵੇਅਰ ਜਿਹਨੂੰ ਅਸੀਂ ਕਹਿ ਦਿੰਦੇ ਆ ਉਹਨਾਂ ਦਾ ਯੂਜ਼ ਕਰਦੇ ਆ। ਨੈਕਸਟ ਪ੍ਰੈਜੈਂਟੇਸ਼ਨ ਟੂਲਸ, ਫਿਰ ਡਾਟਾਬੇਸ ਟੂਲਸ, ਲਾਸਟ ਵਿੱਚ ਮਲਟੀਮੀਡੀਆ ਟੂਲਸ, ਵਰਡ ਪ੍ਰੋਸੈਸਰ, ਟੈਕਸਟ ਐਡੀਟਿੰਗ, ਸਪਰੈਡਸ਼ੀਟ, ਟੈਬੂਲਰ ਫਾਰਮ ਦੇ ਵਿੱਚ ਡਾਟਾ ਨੂੰ ਰੱਖਣਾ ਹੋਵੇ, ਪ੍ਰੈਜੈਂਟੇਸ਼ਨ ਟੂਲਸ ਦੇ ਵਿੱਚ ਅਸੀਂ ਕੋਈ ਪ੍ਰੈਜੈਂਟੇਸ਼ਨ ਦੇਣੀ ਹੋਵੇ, ਡਾਟਾਬੇਸ ਟੂਲ ਟੂ ਕ੍ਰੀਏਟ ਡਾਟਾਬੇਸ, ਡਾਟਾਬੇਸ ਕੀ ਹੁੰਦਾ ਹੈ? ਡਾਟਾਬੇਸ ਇਜ਼ ਐਨ ਆਰਗੇਨਾਈਜ਼ਡ ਕਲੈਕਸ਼ਨ ਆਫ ਡਾਟਾ, ਸੰਗਠਿਤ ਤਰੀਕੇ ਦੇ ਨਾਲ ਇਕੱਠਾ ਕੀਤਾ ਹੋਇਆ ਡਾਟਾ ਹੁੰਦਾ ਹੈ। ਡਾਟਾਬੇਸ ਕੀ ਹੈ? ਆਰਗੇਨਾਈਜ਼ਡ। ਨੈਕਸਟ ਅਸੀਂ ਕਰਾਂਗੇ ਆਨਲਾਈਨ ਆਫਿਸ ਟੂਲ। ਸਾਡੇ ਸਿਲੇਬਸ ਦੇ ਵਿੱਚ ਜਿਹੜੇ ਆਨਲਾਈਨ ਆਫਿਸ ਟੂਲਸ ਨੇ ਉਹ ਕਿਹੜੇ ਨੇ? ਇੱਕ ਤਾਂ ਹੈ ਗੂਗਲ ਡੌਕਸ, ਇਹਨੂੰ ਤੁਸੀਂ ਪਹਿਲਾਂ ਜੋ ਪੜ੍ਹਿਆ ਹੋਇਆ MS ਵਰਡ ਦੇ ਨਾਲ ਰਿਲੇਟ ਕਰ ਸਕਦੇ ਹੋ। ਨੈਕਸਟ ਗੂਗਲ ਸ਼ੀਟ, ਇਹਨੂੰ ਤੁਸੀਂ MS ਐਕਸਲ ਦੇ ਨਾਲ ਰਿਲੇਟ ਕਰ ਸਕਦੇ ਆ। ਨੈਕਸਟ ਹੈ ਗੂਗਲ ਸਲਾਈਡ, ਇਹਨੂੰ ਤੁਸੀਂ MS ਪਾਵਰ ਪੁਆਇੰਟ ਇਹਦੇ ਨਾਲ ਰਿਲੇਟ ਕਰ ਸਕਦੇ ਆ। ਜਿਹੜਾ ਗੂਗਲ ਡੌਕਸ ਹੈ ਨਾ, ਇਹਨੂੰ ਅਸੀਂ ਡਿਟੇਲ ਦੇ ਵਿੱਚ ਪੜਾਂਗੇ ਤੇ ਸ਼ੀਟਸ ਤੇ ਸਲਾਈਡਸ ਇਹ ਸੇਮ ਉਸੇ ਪੈਟਰਨ ਦੇ ਉੱਤੇ ਜਿਹਦੇ ਵਿੱਚ ਅਸੀਂ ਡੌਕਸ ਪੜਾਂਗੇ ਉਸੇ ਤਰੀਕੇ ਦੇ ਨਾਲ ਹੀ ਅਸੀਂ ਸ਼ੀਟਸ ਤੇ ਸਲਾਈਡਸ ਨੂੰ ਜੋ ਵੀ ਆਪਰੇਸ਼ਨਸ ਅਸੀਂ ਡੌਕਸ ਦੇ ਵਿੱਚ ਸਿੱਖਾਂਗੇ ਉਹ ਸ਼ੀਟਸ ਤੇ ਸਲਾਈਡਸ ਦੇ ਉੱਤੇ ਵੀ ਉਹੀ ਐਪਲੀਕੇਬਲ ਹੋਣਗੇ। ਸਭ ਤੋਂ ਪਹਿਲਾਂ ਗੂਗਲ ਡੌਕਸ ਅਸੀਂ ਡਿਸਕਸ ਕਰਾਂਗੇ। ਗੂਗਲ ਡੌਕਸ ਦੇ ਵਿੱਚ ਇਹ 7 ਟੌਪਿਕਸ ਨੇ, ਇਹ ਸਾਰੇ ਤੁਹਾਡੇ ਸਿਲੇਬਸ ਦੇ ਟੌਪਿਕਸ ਨੇ, ਇਹ ਅਸੀਂ ਪ੍ਰੈਕਟੀਕਲ ਕਰਕੇ ਦੇਖਾਂਗੇ। ਆਨਲਾਈਨ ਆਫਿਸ ਟੂਲਸ ਨਾਮ ਤੋਂ ਹੀ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਇਹ ਆਫਿਸ ਟੂਲ ਯੂਜ਼ ਕਰਨ ਵਾਸਤੇ ਸਾਨੂੰ ਆਨਲਾਈਨ ਯਾਨੀ ਕਿ ਇੰਟਰਨੈਟ ਕਨੈਕਟੀਵਿਟੀ ਮਸਟ ਹੈ, ਚਾਹੀਦੀ ਹੈ ਸਾਨੂੰ ਇੰਟਰਨੈਟ ਕਨੈਕਟੀਵਿਟੀ। ਇੰਟਰਨੈਟ ਦੇ ਨਾਲ ਜੁੜ ਕੇ ਸਭ ਤੋਂ ਪਹਿਲਾਂ ਅਸੀਂ ਪਹਿਲਾ ਸਟੈਪ ਕੀ ਕਰਾਂਗੇ? ਜੀਮੇਲ ਦੇ ਉੱਤੇ ਆਪਣਾ ਅਕਾਊਂਟ ਕ੍ਰੀਏਟ ਕਰਾਂਗੇ, ਲੌਗਇਨ ਕਰਾਂਗੇ। ਇੰਟਰਨੈਟ ਦੇ ਨਾਲ ਅਸੀਂ ਜੁੜੇ ਹੋਏ ਹਾਂ। ਲੌਗਇਨ ਕਰਨ ਤੋਂ ਬਾਅਦ ਗੂਗਲ ਡੌਕਸ ਕਿਸ ਤਰ੍ਹਾਂ ਖੋਲ੍ਹਣੇ ਆ ਇਹ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦੱਸ ਰਿਹਾ। ਸਭ ਤੋਂ ਪਹਿਲਾਂ ਤੁਸੀਂ ਆਪਣਾ ਵੈਬ ਬਰਾਊਜ਼ਰ ਖੋਲੋਗੇ, ਜਿਸ ਤਰ੍ਹਾਂ ਮੈਂ ਸਫਾਰੀ ਖੋਲ੍ਹਿਆ ਹੋਇਆ, ਗੂਗਲ ਕ੍ਰੋਮ, ਮੋਜ਼ੀਲਾ ਫਾਇਰਫੌਕਸ, ਓਪੇਰਾ, ਤੁਹਾਡੇ ਕੋਲ ਜਿਹੜਾ ਵੀ ਵੈਬ ਬਰਾਊਜ਼ਰ ਆ ਤੁਸੀਂ ਉਹਨੂੰ ਖੋਲੋਗੇ। ਜੀਮੇਲ ਤੇ ਆਪਣਾ ਇੱਕ ਅਕਾਊਂਟ ਕ੍ਰੀਏਟ ਕਰੋਗੇ, ਮੈਂ ਕੀਤਾ ਹੋਇਆ। ਲੌਗਇਨ ਕਰਨ ਤੋਂ ਬਾਅਦ ਇਸ ਜਗ੍ਹਾ ਤੇ ਜਿੱਥੇ ਮੇਰਾ ਕਰਸਰ ਹਿੱਲ ਰਿਹਾ ਹੈ ਇੱਥੇ ਤੁਸੀਂ ਜਿਹੜਾ ਸਕੁਆਇਰ ਬਣਿਆ ਹੋਇਆ ਡਾਟਡ ਸਕੁਆਇਰ, ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਇਹਨੂੰ ਨੀਚੇ ਐਪਲੀਕੇਸ਼ਨਸ ਆ ਜਾਣਗੀਆਂ ਬਹੁਤ ਸਾਰੀਆਂ। ਇਹਦੇ ਵਿੱਚ ਤੁਸੀਂ ਦੇਖੋਗੇ ਨੀਚੇ ਸਕਰੋਲ ਕਰਨ ਤੋਂ ਬਾਅਦ ਡੌਕਸ ਇੱਕ ਆਈਕਨ ਬਣੀ ਹੋਈ ਹੈ, ਇਹਦੇ ਉੱਪਰ ਤੁਸੀਂ ਕਲਿੱਕ ਕਰ ਦੋਗੇ। ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਇੰਟਰਨੈਟ ਕਨੈਕਟੀਵਿਟੀ ਦੀ ਸਪੀਡ ਦੇ ਅਕੋਰਡਿੰਗਲੀ ਤੁਹਾਡੇ ਸਾਹਮਣੇ ਇੱਕ ਪੇਜ ਖੁੱਲੇਗਾ ਜਿਹਦੇ ਵਿੱਚ ਤੁਸੀਂ ਗੂਗਲ ਡੌਕਸ ਦੇ ਵਿੱਚ ਐਂਟਰ ਕਰ ਗਏ ਹੋ। ਗੂਗਲ ਡੌਕਸ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਇੱਕ ਇੱਥੇ ਪਲੱਸ ਦਾ ਸਾਈਨ ਹੈ, ਇਹਦੇ ਪਲੱਸ ਦੇ ਸਾਈਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਅਸੀਂ ਇੱਕ ਬਲੈਂਕ ਡਾਕੂਮੈਂਟ ਓਪਨ ਕਰ ਲੈਂਦੇ ਹਾਂ ਜਿਹਦੇ ਵਿੱਚ ਅਸੀਂ ਆਪਣਾ ਕੁਝ ਵੀ ਨਵਾਂ ਡਾਕੂਮੈਂਟ ਬਣਾਉਣਾ ਹੈ, ਕ੍ਰੀਏਟ ਕਰਨਾ, ਉਹ ਕਰ ਸਕਦੇ ਹਾਂ। ਤੁਹਾਨੂੰ ਮੈਂ ਕਰਕੇ ਦਿਖਾਣਾ। ਪਲੱਸ ਦੇ ਸਾਈਨ ਤੇ ਮੈਂ ਕਲਿੱਕ ਕਰ ਦਿੱਤਾ, ਬਰਾਊਜ਼ਿੰਗ ਸ਼ੁਰੂ ਹੋ ਗਈ ਹੈ। ਇੰਟਰਨੈਟ ਦੀ ਸਪੀਡ ਦੇ ਅਕੋਰਡਿੰਗਲੀ ਇਹ ਤੁਹਾਡੇ ਸਾਹਮਣੇ ਪੇਜ ਖੁੱਲ ਜਾਏਗਾ। ਗੂਗਲ ਡੌਕਸ ਦਾ ਬਲੈਂਕ ਪੇਜ ਮੇਰੇ ਸਾਹਮਣੇ ਖੁੱਲ ਗਿਆ। ਇਹਦੇ ਵਿੱਚ ਮੈਂ ਲਿਖ ਦਿੰਦਾ, ਇਹਦੇ ਵਿੱਚ ਮੈਂ ਟਾਈਪ ਕਰ ਦਿੱਤਾ ਜੀ ਮਾਈ ਫਸਟ ਪੇਜ ਔਨ ਗੂਗਲ ਡੌਕਸ। ਇਸ ਜਗ੍ਹਾ ਦੇ ਉੱਤੇ ਜਿੱਥੇ ਅਨਟਾਈਟਲਡ ਡਾਕੂਮੈਂਟ ਲਿਖਿਆ ਹੋਇਆ ਇੱਥੇ ਤੁਸੀਂ ਇਸ ਫਾਈਲ ਨੂੰ ਕੋਈ ਨਾਮ ਦੇ ਦੇਣਾ। ਬਾਈ ਡਿਫਾਲਟ ਉਹਨੇ ਜੋ ਮੈਂ ਲਿਖਿਆ ਸੀਗਾ ਉਹੀ ਉਹਦੇ ਉੱਤੇ ਕਾਪੀ ਕਰ ਦਿੱਤਾ। ਮੈਂ ਬਾਅਦ ਵਿੱਚ ਇੱਥੇ ਕਲਿੱਕ ਕਰਾਂਗਾ ਵਾਈਟ ਸਪੇਸ ਦੇ ਉੱਤੇ ਤੇ ਉਹ ਸੇਵ ਹੋ ਜਾਏਗਾ। ਹੁਣ ਮੈਂ ਜੋ ਵੀ ਕੰਮ ਕਰਾਂਗਾ ਇਹਦੇ ਵਿੱਚ ਇਹ ਆਟੋਮੈਟਿਕਲੀ ਕਲਾਊਡ ਸਟੋਰੇਜ ਯਾਨੀ ਕਿ ਇੰਟਰਨੈਟ ਦੇ ਉੱਤੇ ਜਿਹੜੀ ਸਟੋਰੇਜ ਹੈ ਉਹਦੇ ਵਿੱਚ ਆਪਣੇ ਆਪ ਹੀ ਇਹ ਸੇਵ ਹੁੰਦਾ ਰਹੇਗਾ, ਮੈਨੂੰ ਅਲੱਗ ਤੋਂ ਸੇਵ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਮੇਰਾ ਬਲੈਂਕ ਡਾਕੂਮੈਂਟ ਕ੍ਰੀਏਟ ਹੋ ਗਿਆ। ਬਾਕੀ ਜਿਹੜੀਆਂ ਆਪਸ਼ਨਸ ਨੇ ਉਹ ਸੇਮ MS ਵਰਡ ਦੇ ਵਿੱਚ ਜਿਹੜੀਆਂ ਤੁਸੀਂ 9th ਕਲਾਸ 8th ਕਲਾਸ ਦੇ ਵਿੱਚ ਕੀਤੀਆਂ ਹੋਈਆਂ ਆ, ਜਿਸ ਤਰ੍ਹਾਂ ਫੌਂਟ ਦਾ ਸਾਈਜ਼ ਇਨਕਰੀਜ਼ ਕਰਨਾ, ਬੋਲਡ ਕਰਨਾ, ਇਟੈਲਿਕ ਕਰਨਾ, ਅੰਡਰਲਾਈਨ ਕਰਨਾ, ਫੌਂਟ ਦਾ ਟੈਕਸਟ ਦਾ ਕਲਰ ਚੇਂਜ ਕਰਨਾ, ਟੈਕਸਟ ਦਾ ਕਲਰ ਚੇਂਜ ਕਰਨਾ, ਅਲਾਈਨਮੈਂਟਸ ਕਰਨੀਆਂ, ਰਾਈਟ, ਸੈਂਟਰ, ਲੈਫਟ, ਜਸਟੀਫਾਈਡ, ਇਹ ਸਾਰੀਆਂ ਆਪਸ਼ਨਸ ਇਹਦੇ ਵਿੱਚ ਬੇਸਿਕ ਆਪਸ਼ਨਸ ਅਵੇਲੇਬਲ ਨੇ। ਮੇਨ ਤੁਹਾਡੇ ਸਿਲੇਬਸ ਦੇ ਅਕੋਰਡਿੰਗਲੀ ਜੇ ਆਪਾਂ ਚੱਲੀਏ ਤਾਂ ਸਭ ਤੋਂ ਪਹਿਲਾ ਪਾਰਟ ਸੀਗਾ ਇਹਨੂੰ ਓਪਨਿੰਗ ਦਾ ਅਸੀਂ ਪਾਰਟ ਕਰ ਚੁੱਕੇ ਹਾਂ, ਇੱਕ ਡਾਕੂਮੈਂਟ ਬਲੈਂਕ ਕ੍ਰੀਏਟ ਕਰ ਚੁੱਕੇ ਹਾਂ। ਥਰਡ ਜਿਹੜਾ ਸੀਗਾ ਜਿਹਨੂੰ ਆਪਾਂ ਫਾਈਲ ਪਿਕਰ ਕਿਹਾ ਸੀ, ਅਗਰ ਸਾਡੇ ਕੋਲ ਕੰਪਿਊਟਰ ਦੇ ਉੱਤੇ ਪਹਿਲਾਂ ਹੀ ਇੱਕ ਫਾਈਲ ਬਣੀ ਹੋਈ ਆ ਲੇਕਿਨ ਉਹਨੂੰ ਅਸੀਂ
ਆਨਲਾਈਨ ਆਫਿਸ ਟੂਲਸ ਦੇ ਵਿੱਚ ਵਰਕ ਕਰਨਾ ਚਾਹੁੰਦੇ ਹਾਂ ਉਸ ਫਾਈਲ ਦੇ ਉੱਪਰ, ਤੇ ਅਸੀਂ ਚਾਹੁੰਦੇ ਹਾਂ ਉਹ ਫਾਈਲ ਸਾਨੂੰ ਇੰਟਰਨੈਟ ਨਾਲ ਜਦੋਂ ਅਸੀਂ ਕਨੈਕਟ ਹੋਈਏ ਜਿੱਥੇ ਮਰਜ਼ੀ ਬੈਠ ਕੇ ਉਹਦੇ ਤੇ ਵਰਕ ਕਰ ਸਕੀਏ। ਉਹ ਕਿਸ ਤਰ੍ਹਾਂ ਕਰਨਾ ਆ, ਉਹਦੇ ਵਾਸਤੇ ਵਾਪਸ ਸੇਮ ਉਹੀ ਪ੍ਰੋਸੈਸ, ਡੌਕਸ ਦਾ ਜਿਹੜਾ ਹੋਮ ਪੇਜ ਸੀਗਾ ਉੱਥੇ ਤੁਸੀਂ ਜਾਣਾ। ਜਦੋਂ ਤੁਸੀਂ ਇੱਥੇ ਆ ਗਏ, ਇੱਕ ਫੋਲਡਰ ਵਾਲਾ ਆਈਕਨ ਬਣਿਆ ਹੋਇਆ ਹੈ, ਇਸ ਆਈਕਨ ਤੇ ਜਦੋਂ ਤੁਸੀਂ ਕਲਿੱਕ ਕਰੋਗੇ, ਕਲਿੱਕ ਕਰਨ ਤੋਂ ਬਾਅਦ ਜਿਹੜੀ ਵੀ ਫਾਈਲ ਤੁਸੀਂ ਅਪਲੋਡ ਕਰਨੀ ਚਾਹੁੰਦੇ ਆ, ਡੌਕਸ ਫਾਈਲ, ਉਹਨੂੰ ਤੁਸੀਂ ਸਿਲੈਕਟ ਕਰੋ। ਸਿਲੈਕਟ ਕਰਨ ਤੋਂ ਬਾਅਦ ਅਪਲੋਡ ਤੇ ਕਲਿੱਕ ਕਰ ਦਿਓ ਤੇ ਇਹ ਫਾਈਲ ਤੁਹਾਡੀ ਜਿਹੜੀ ਅਪਲੋਡ ਹੋ ਜਾਏਗੀ। ਜਦੋਂ ਇਹ ਫਾਈਲ ਅਪਲੋਡ ਹੋ ਗਈ, ਇੱਥੇ ਡਬਲ ਕਲਿੱਕ ਕਰਕੇ ਤੁਸੀਂ ਇਸ ਫਾਈਲ ਨੂੰ ਵੀ ਖੋਲ ਕੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ। ਫੋਰਥ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਹੈ ਉਹ ਹੈ ਮੋਡਸ। ਇੱਥੇ ਦੇਖੋ ਤੁਸੀਂ ਆਪਣੇ ਰਾਈਟ ਕਾਰਨਰ ਦੇ ਉੱਤੇ ਜਿੱਥੇ ਮੇਰਾ ਕਰਸਰ ਹਿਲ ਰਿਹਾ, ਜਦੋਂ ਤੁਸੀਂ ਇਸ ਪੈਨਸਲ ਦੇ ਉੱਤੇ ਤੁਸੀਂ ਕਲਿੱਕ ਕਰੋਗੇ, ਇਹ ਤੁਹਾਡੇ ਕੋਲ ਐਡੀਟਿੰਗ ਮੋਡ, ਸੁਜੈਸਟਿੰਗ ਮੋਡ, ਵਿਊਇੰਗ ਮੋਡਸ ਅਵੇਲੇਬਲ ਹੁੰਦੇ ਨੇ। ਜਦੋਂ ਕੋਈ ਵੀ ਯੂਜ਼ਰ ਇਹਨੂੰ ਐਡੀਟਿੰਗ ਮੋਡ ਦੇ ਵਿੱਚ ਖੋਲ੍ਹੇਗਾ, ਉਹ ਇਸ ਡਾਕੂਮੈਂਟ ਦੇ ਵਿੱਚ ਕੋਈ ਵੀ ਚੇਂਜ ਕਰ ਸਕਦਾ ਹੈ। ਲੇਕਿਨ ਜੇ ਉਹ ਸੁਜੈਸਟਿੰਗ ਮੋਡ ਦੇ ਵਿੱਚ ਖੋਲ੍ਹੇਗਾ, ਇਸ ਦਾ ਮਤਲਬ ਹੈ ਕਿ ਉਹ ਚੇਂਜਸ ਸੁਜੈਸਟ ਕਰ ਸਕਦਾ ਹੈ। ਇੰਪਲੀਮੈਂਟ ਕਰਨੀਆਂ ਉਹ ਐਡੀਟਰ ਦੇ ਹੱਥ ਵਿੱਚ ਹੋਏਗਾ, ਯਾਨੀ ਕਿ ਜਿਹਨੇ ਫਾਈਲ ਬਣਾਈ ਹੈ ਜਾਂ ਜਿਹਨੂੰ ਉਹਨੇ ਐਡੀਟਿੰਗ ਦੇ ਐਕਸੈਸ ਪਰਮਿਸ਼ਨਸ ਦਿੱਤੀਆਂ ਹੋਈਆਂ। ਵਿਊਇੰਗ ਮੋਡ ਦੇ ਵਿੱਚ ਸਿਰਫ ਤੁਸੀਂ ਵਿਊ ਕਰ ਸਕਦੇ ਹੋ, ਇਹਨੂੰ ਕੋਈ ਚੇਂਜਸ ਨਹੀਂ ਕਰ ਸਕਦੇ। ਉਸ ਤੋਂ ਬਾਅਦ ਆ ਜਾਂਦਾ ਕਿ ਇਹ ਫਾਈਲ ਨੂੰ ਤੁਸੀਂ ਮਲਟੀ ਯੂਜ਼ਰਸ, ਯਾਨੀ ਕਿ ਬਹੁਤ ਸਾਰੇ ਯੂਜ਼ਰਸ ਇਸ ਫਾਈਲ ਤੇ ਕੰਮ ਕਰ ਸਕਣ ਇੱਕ ਟਾਈਮ ਦੇ ਉੱਤੇ, ਇਸ ਕਰਕੇ ਤੁਸੀਂ ਇਹਨੂੰ ਸ਼ੇਅਰ ਵੀ ਕਰ ਸਕਦੇ ਆ। ਸ਼ੇਅਰ ਕਰਨ ਦਾ ਤਰੀਕਾ ਕੀ ਹੈ, ਇਹ ਜਿਹੜਾ ਬਟਨ ਬਣਿਆ ਹੋਇਆ ਹੈ ਟੌਪ ਰਾਈਟ ਕਾਰਨਰ ਦੇ ਉੱਤੇ ਸ਼ੇਅਰ ਦਾ, ਤੁਸੀਂ ਇਸ ਤੇ ਕਲਿੱਕ ਕਰੋਗੇ। ਕਲਿੱਕ ਕਰਨ ਤੋਂ ਬਾਅਦ ਐਡ ਪੀਪਲ ਐਂਡ ਗਰੁੱਪਸ, ਇੱਥੇ ਤੁਸੀਂ ਈਮੇਲ ਆਈਡੀ ਕਿਸੇ ਦਾ ਲਿਖ ਕੇ ਈਮੇਲ ਆਈਡੀਜ਼ ਵੀ ਭਰ ਸਕਦੇ ਹੋ, ਔਰ ਕੋਈ ਇੱਦਾਂ ਦਾ ਤੁਸੀਂ ਗਰੁੱਪ ਬਣਾ ਰੱਖਿਆ ਹੋਇਆ ਜੀਮੇਲ ਦੇ ਵਿੱਚ ਜਿਹੜਾ ਤੁਸੀਂ ਪੂਰੇ ਦਾ ਪੂਰਾ ਜਿਹਨੂੰ ਐਕਸੈਸ ਦੇਣਾ ਚਾਹੁੰਦੇ ਆ, ਤਾਂ ਉਹ ਗਰੁੱਪ ਦਾ ਨਾਮ ਵੀ ਟਾਈਪ ਕਰ ਸਕਦੇ ਹੋ। ਦੂਸਰਾ ਕੀ ਕਰ ਸਕਦੇ ਆ, ਤੁਸੀਂ ਇੱਥੇ ਐਨੀਵਨ ਵਿਦ ਦ ਲਿੰਕ, ਯਾਨੀ ਕਿ ਤੁਸੀਂ ਚਾਹੁੰਦੇ ਆ ਕਿ ਇਹ ਜਿਹੜਾ ਲਿੰਕ ਹੈ ਕਾਪੀ ਇੱਥੋਂ ਹੋ ਜਾਏਗਾ, ਇਹ ਲਿੰਕ ਜਿਹਦੇ ਕੋਲ ਵੀ ਹੋਵੇ ਉਹ ਇਹਨੂੰ ਦੇਖ ਸਕੇ। ਜਾਂ ਰਿਸਟ੍ਰਿਕਟਡ ਦਾ ਮਤਲਬ ਓਨਲੀ ਪੀਪਲ ਵਿਦ ਐਕਸੈਸ ਕੈਨ ਓਪਨ ਦ ਲਿੰਕ, ਜਿਹੜਾ ਤੁਸੀਂ ਇੱਥੇ ਐਕਸੈਸ ਦੇਤਾ, ਜਿਹੜੇ ਇੱਥੇ ਸ਼ੋ ਹੋ ਰਹੇ ਆ ਯੂਜ਼ਰਸ, ਉਹੀ ਇਹਦੇ ਤੇ ਵਰਕ ਕਰ ਸਕਦੇ ਆ। ਲੇਕਿਨ ਜੇ ਤੁਸੀਂ ਇੱਥੇ ਕਰ ਦਿੱਤਾ ਰਿਸਟ੍ਰਿਕਟਡ ਦੀ ਜਗ੍ਹਾ ਤੇ ਐਨੀਵਨ ਵਿਦ ਦ ਲਿੰਕ, ਕੀ ਕਰ ਸਕੇ ਉਹ ਐਨੀਵਨ ਵਿਦ ਦ ਲਿੰਕ, ਵਿਊਅਰ, ਕਮੈਂਟਰ ਐਂਡ ਐਡੀਟਰ। ਇਹਦੇ ਵਿੱਚੋਂ ਅਸੀਂ ਕਿਹੜਾ ਐਕਸੈਸ ਦੇਣਾ ਚਾਹੁੰਦੇ ਆ ਜਿਹਦੇ ਕੋਲ ਇਸ ਫਾਈਲ ਦਾ ਲਿੰਕ ਹੋਵੇ। ਜੇ ਅਗਰ ਤੁਸੀਂ ਉਹਨੂੰ ਵਿਊਅਰ ਬਣਾਉਂਦੇ ਆ ਤਾਂ ਉਹ ਸਿਰਫ ਇਸ ਫਾਈਲ ਨੂੰ ਵਿਊ ਕਰ ਸਕੇਗਾ। ਅਗਰ ਕਮੈਂਟਰ ਬਣਾਉਂਦੇ ਆ ਤਾਂ ਉਹ ਆਪਣੇ ਸੁਜੈਸ਼ਨਸ ਦੇ ਸਕੇਗਾ ਕਿ ਇਹਦੇ ਵਿੱਚ ਤੁਸੀਂ ਆਹ ਚੇਂਜਸ ਕਰ ਦਿਓ, ਮੈਂ ਆਹ ਚੇਂਜਸ ਇਹਦੇ ਵਿੱਚ ਕਰਨਾ ਚਾਹੁੰਦਾ ਹਾਂ। ਉਹ ਕਮੈਂਟਰ ਐਕਸੈਸ ਦਿੰਦੇ ਆ ਤੁਸੀਂ ਤਾਂ ਉਹ ਇਹ ਕਰ ਸਕੇਗਾ। ਅਗਰ ਐਡੀਟਰ ਦਾ ਐਕਸੈਸ ਦੇ ਦਿੰਦੇ ਆ ਤਾਂ ਉਹ ਇਹਦੇ ਵਿੱਚ ਫਾਈਲ 'ਚ ਕੋਈ ਵੀ ਚੇਂਜ ਕਰ ਸਕਦਾ ਹੈ। ਕਾਪੀ ਕਰਨ ਲਈ ਤੁਸੀਂ ਕੀ ਕਰੋਗੇ, ਇਹਦੇ ਉੱਪਰ ਕਲਿੱਕ ਕਰੋਗੇ, ਲਿੰਕ ਕਾਪੀ, ਤੇ ਇਹਨੂੰ ਹੁਣ ਤੁਹਾਡਾ ਲਿੰਕ ਕਾਪੀ ਹੋ ਗਿਆ, ਕਿਤੇ ਵੀ ਪੇਸਟ ਕਰਕੇ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ, ਚਾਹੇ ਉਹ WhatsApp ਹੋਵੇ, ਚਾਹੇ ਉਹ ਈਮੇਲ ਹੋਵੇ, ਇਸ ਤਰ੍ਹਾਂ ਤੁਸੀਂ ਇਹਨੂੰ ਸ਼ੇਅਰ ਵੀ ਕਰ ਸਕਦੇ ਹੋ। ਨੈਕਸਟ ਜਿਹੜਾ ਟੌਪਿਕ ਹੈ ਗੂਗਲ ਡੌਕਸ ਦੇ ਵਿੱਚ ਵਰਜ਼ਨ ਹਿਸਟਰੀ। ਵਰਜ਼ਨ ਹਿਸਟਰੀ ਜਿਹੜੀ ਹੈ ਉਹ ਫਾਈਲ ਦੇ ਵਿੱਚ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਆ ਕਿ ਇਸ ਫਾਈਲ ਦੇ ਵਿੱਚ ਕਿਸੇ ਨੇ ਅਗਰ ਸੁਜੈਸ਼ਨ ਦਿੱਤੀ ਸੀਗੀ, ਉਹ ਕੀ ਚੇਂਜਸ ਹੋਈਆਂ ਇਹਦੇ ਵਿੱਚ, ਉਹ ਤੁਸੀਂ ਇੱਥੋਂ ਦੇਖ ਸਕਦੇ ਹੋ। ਜਿੱਦਾਂ ਸੀ ਵਰਜ਼ਨ ਹਿਸਟਰੀ ਅਗਰ ਮੈਂ ਕਲਿੱਕ ਕਰਾਂ ਤਾਂ ਉਹ ਮੈਨੂੰ ਦੱਸ ਰਿਹਾ ਹੈ ਕਿ ਆਹ 2 ਚੇਂਜਸ ਦੇ ਵਿੱਚ ਹੋਈਆਂ। ਪਹਿਲਾਂ ਫਾਈਲ ਜਿਹੜੀ ਸੀਗੀ ਉਹ ਇਸ ਤਰ੍ਹਾਂ ਦੀ ਸੀ, ਖਾਲੀ ਸੀ, ਫਿਰ ਚੇਂਜ ਹੋਈ, ਉਹਦੇ ਵਿੱਚ ਕੁਝ ਲਿਖਿਆ ਗਿਆ। ਇਹ ਵਰਜ਼ਨ ਹਿਸਟਰੀ ਇੱਥੋਂ ਪਤਾ ਲੱਗ ਜਾਂਦੀ ਹੈ ਸਾਨੂੰ। ਇਸ ਤਰ੍ਹਾਂ ਜਿੱਦਾਂ ਅਸੀਂ ਚੇਂਜ ਕਰੀ ਜਾਵਾਂਗੇ, ਇਹਦੀ ਵਰਜ਼ਨ ਹਿਸਟਰੀ ਜਿਹੜੀ ਉਹ ਕ੍ਰੀਏਟ ਹੁੰਦੀ ਜਾਏਗੀ। ਲਾਸਟ ਵਿੱਚ ਜਿਹੜਾ ਪੁਆਇੰਟ ਹੈ ਉਹ ਹੈ ਡਾਊਨਲੋਡਿੰਗ ਦਾ। ਤੁਸੀਂ ਇਹਦੇ ਵਿੱਚ ਕੰਮ ਕਰ ਲਿਆ, ਤੁਸੀਂ ਇਹਨੂੰ ਆਪਣੀ ਪੈਨ ਡਰਾਈਵ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਕਿਤੇ, ਹੋ ਸਕਦਾ ਕਿਤੇ ਇੰਟਰਨੈਟ ਕਨੈਕਟੀਵਿਟੀ ਤੁਹਾਨੂੰ ਪਤਾ ਹੈ ਪਹਿਲਾਂ ਹੀ ਨਹੀਂ ਹੈਗੀ, ਤੁਸੀਂ ਇਹਨੂੰ ਆਪਣੀ ਪੈਨ ਡਰਾਈਵ ਦੇ ਵਿੱਚ ਪਾ ਕੇ ਜਾਂ ਆਪਣੇ ਕੰਪਿਊਟਰ ਦੇ ਉੱਤੇ ਸੇਫ ਰੱਖਣਾ ਚਾਹੁੰਦੇ ਆ, ਤਾਂ ਤੁਸੀਂ ਫਾਈਲ 'ਤੇ ਕਲਿੱਕ ਕਰੋਗੇ,
डाउनलोड किस फॉर्म च करना चाहते हैं, डॉक्स फॉर्म च, ODT, RTF, PDF वो चूज़ करके ऑप्शन तुसीं इहनूं अपने कंप्यूटर दे उत्ते सेव कर सकते हैं। ये तुहाडे को पुछेगा तुसीं कित्थे सेव करना चाहुंदे हो, तुसीं अपना एड्रैस दिओगे, डेस्कटॉप, डॉक्यूमेंट, डाउनलोड जो भी है, इत्थे नाम दिओगे फाइल का तो सेव बटन ते क्लिक कर दोगे तो ये तुहाडे कंप्यूटर के उत्ते सेव हो जाएगी। इस तरीके दे नाल ये तुहाडा जिहड़ा गूगल डॉक्स का टॉपिक सीगा वो खत्म हो गया। इस तरीके दे नाल तुसीं इसी डॉटेड स्क्वायर दे विचों जिस तरह असी डॉक्स सिलेक्ट किया सीगा, अगर तुसी कोई शीट्स यानी कि स्प्रैडशीट बनाना चाहुंदे आ तो इत्थे तुसी शीट्स नूं सिलेक्ट करोगे, ब्लैंक डॉक्यूमेंट ते क्लिक करोगे तो इस तरह की स्प्रैडशीट तुहाडे सामने खुल जाएगी। सेम जिद्दां तुसी MS Excel कीता सी लास्ट ईयर उस तरीके की फाइल ये खुल गई है। ये टैबूलर फॉर्म दे विच तुसी डाटा स्टोर कर सकते हैं। हुण रह गया पावर पॉइंट दे नाल जिहड़ा मैं तुहानूं रिलेट करवाया सी, सेम तुसी डॉटेड स्क्वायर दे उत्ते तुसी क्लिक करना, स्लाइड्स दे उत्ते क्लिक करोगे। इहदे विच तुहाडे कोल ब्लैंक प्रेजेंटेशन भी है अवेलेबल, तुसी नवीं भी बना सकते हैं। कुछ टैंपलेट्स दिते हुए आ, इन्हां विचों चूज़ करके भी बना सकते हैं, जां इस आइकन तो जो कंप्यूटर दे उत्ते तुहाडी तैयार फाइल पई है उन्होंने तुसी अपलोड भी कर सकते हैं। सारा प्रोसैस सेम ही है। ब्लैंक प्रेजेंटेशन आप क्रिएट कर लें, क्लिक करके तुसी उत्थे लिख सकते हैं, अपनी प्रेजेंटेशन तैयार कर सकते हैं। इन्हां विचों कोई थीम भी चूज़ कर सकते हैं। हुण आ गया एडवांटेजेस एंड डिसएडवांटेजेस ऑफ ऑनलाइन ऑफिस टूल्स। एडवांटेजेस दे विच ऑनलाइन ऑफिस टूल्स दी एडवांटेजेस दे विच की आएगा, सब तो पहला लो कॉस्ट, इन्हां दी कॉस्ट जिहड़ी ओह बहुत घट हुंदी है, डाउनलोड करन दी जरूरत नहीं पैंदी, ऑलरेडी सर्वर दे उत्ते इंटरनेट नाल तुसीं कनैक्टेड आ, कंपनी ने ऑलरेडी तुहानूं इंस्टॉल्ड ही सॉफ्टवेयर प्रोवाइड करवा देना। कंप्यूटर जिहड़े हाईफाई नहीं चाहिए, लो कन्फिगरेशन वाला कंप्यूटर भी चल जाता। शेयरिंग, तुसीं फाइल शेयर करके एक तो ज़्यादा यूजर्स सेम टाइम ते फाइल दे उत्ते काम कर सकते हैं। अपग्रेड करने की जरूरत नहीं पैंदी। इहदे विच अपग्रेडिंग का मतलब की हुंदा, नवे वर्जन आते रहंदे आ सॉफ्टवेयर्स दे, वो अपने आप ही कंपनी पिछों अपग्रेड भी कर दिंदी है। दूसरा क्लाउड स्टोरेज, यानी कि फाइल जिहड़ी है तुहाडी वो सर्वर ते पई है, उन्होंने जो मर्जी जिथे मर्जी तुसीं एक्सैस कर सकते हैं। डॉक्यूमेंट नूं सेव करने की जरूरत नहीं पैंदी। ये सारियां एडवांटेजेस सीगियां। हुण डिसएडवांटेजेस दे विच की है कि इंटरनेट जरूरी चाहिए जी सानूं, हाई स्पीड इंटरनेट की जरूरत पै सकती है कि अगर असी जल्दी फास्ट काम करना। नंबर ऑफ फीचर्स जिहड़े आ वो घट हो सकते हैं। ऑफलाइन दे विच हो सकता सॉफ्टवेयर जिहड़ा है सानूं ज़्यादा फीचर प्रोवाइड करे तो ऑनलाइन च घट करे। सबसक्रिप्शन चार्जिस हो सकते हैं, मंथली भी इन्ने पैसे लवांगे अगर यूज़ करोगे तुसीं, तो ईयरली। वर्जन का साडे कोल कोई कंट्रोल नहीं है। मैं पुराना वर्जन यूज़ करना चाहना लेकिन उत्थे नवा आ गया, मैनू पुराना पसंद सीगा, मेरा कोई कंट्रोल नहीं है, मैनू नवा सीखना पएगा। सिक्योरिटी एंड प्राइवेसी ऑफ डॉक्यूमेंट्स, कोई प्राइवेसी नहीं है। क्यों? क्योंकि फाइल्स मेरियां कित्थे पईयां है, सर्वर्स दे उत्ते, कंपनी के सर्वर उत्ते, मेरे को कोई कंट्रोल नहीं हैगा, नो कंट्रोल फाइल्स दे। सो एडवांटेजेस एंड डिसएडवांटेजेस। तो अगर ये डिफरेंस भी तुहानूं कह दे हो डिफरेंस दसो जी, ਤਾਂ भी असीं ਇਹਦੇ ਵਿੱਚੋਂ ही डिफरेंस भी ਕੱਢ सकते हैं। जिद्दां कि ऑफलाइन ते ऑनलाइन डिफरेंस किहदा होएगा, ऑफलाइन ते ऑनलाइन दा कि कितना ਕੱਢ सकते हैं एडवांटेजेस डिसएडवांटेजेस ਦੇ ਵਿੱਚੋਂ डिफरेंस कि ऑफलाइन ਜਿਹੜੇ ਆ ਉਹਨਾਂ ਦੀ कॉस्ट ਜਿਹੜੀ ਆ ਉਹ ਜ਼ਿਆਦਾ ਤੇ ਇਹਨਾਂ ਦੀ कॉस्ट ਘੱਟ ਹੈ। ਉਹਨਾਂ ਨੂੰ डाउनलोड
ਕਰਨਾ ਪੈਂਦਾ, ਇੰਸਟਾਲ ਕਰਨਾ ਪੈਂਦਾ, ਆਫਲਾਈਨ ਨੂੰ ਆਨਲਾਈਨ ਨੂੰ ਨਹੀਂ ਕਰਨਾ ਪੈਂਦਾ। ਕਨਫੀਗਰੇਸ਼ਨ ਕੰਪਿਊਟਰ ਦੀ ਬਹੁਤ ਹਾਈ ਚਾਹੀਦੀ ਹੈ ਆਫਲਾਈਨ ਲਈ, ਆਨਲਾਈਨ ਲਈ ਘੱਟ ਚਾਹੀਦੀ ਹੈ। ਸ਼ੇਅਰਿੰਗ ਕਰਨੀ ਮੁਸ਼ਕਿਲ ਹੈ, ਪੈਨ ਡਰਾਈਵ ਦੇ ਵਿੱਚ ਪਾ ਕੇ ਅਸੀਂ ਸ਼ੇਅਰ ਕਰਦੇ ਹਾਂ, ਲੇਕਿਨ ਆਨਲਾਈਨ ਦੇ ਵਿੱਚ ਸਰਵਰ ਦੇ ਵਿੱਚ ਅਕਾਊਂਟ ਲੌਗਇਨ ਕਰਕੇ ਜਾਂ ਯੂਜ਼ਰ ਨੇਮ ਉਹਨਾਂ ਦੇ ਈਮੇਲ ਵਗੈਰਾ ਭਰ ਕੇ ਸ਼ੇਅਰ ਕਰ ਸਕਦੇ ਹਾਂ। ਅਪਗ੍ਰੇਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਨਲਾਈਨ ਨੂੰ, ਲੇਕਿਨ ਆਫਲਾਈਨ ਨੂੰ ਕਰਨ ਦੀ ਜ਼ਰੂਰਤ ਪੈਂਦੀ ਹੈ। ਫਾਈਲ ਬਾਰ-ਬਾਰ ਸੇਵ ਕਰਨੀ ਪਏਗੀ ਆਨਲਾਈਨ ਦੇ ਵਿੱਚ, ਅਗਰ ਤੁਸੀਂ ਕਨੈਕਟਡ ਆ ਇੰਟਰਨੈਟ ਦੇ ਨਾਲ ਤਾਂ ਸੇਵ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਚੀਜ਼ਾਂ ਤੁਹਾਡੇ ਡਿਫਰੈਂਸ ਦੇ ਵਿੱਚ ਵੀ ਆ ਜਾਣਗੀਆਂ। ਸੋ ਇਹ ਸੀ ਸਾਡਾ ਚੈਪਟਰ ਕੰਪਲੀਟ ਹੋ ਗਿਆ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਨਵੇਂ ਚੈਪਟਰ ਦੇ ਨਾਲ।